जित सैर जाय, सो करे जित सैर जाय सुध। गुरु प्यारे साध संगत जीओ, कीर्तन दे समय की समाप्ति हुई। सत्कारयोग ज्ञानी जी होरां पासों लड़ीवार गुरबाणी विचार आप जी सरवण करो जी। होइयां भुलां बख्श देणियां जी। वाहिगुरु जी का खालसा, वाहिगुरु जी की फतेह। तनासरी महला चौथा। कर पंजवा दुपदे। एक ओंकार सतगुर प्रसाद। उर तार विचार मुरार रमोरम। मनमोहन नाम जपीने। अदृष्ट अगोचर अपरंपर स्वामी। गुरपुरा प्रगट कर दीने। राम पारसु चंदन। हम काष्ट लोष्ट। हर संग हरि सतसंग भय। हर कंचन चंदन कीने रहाओ। नव शे खट बोलह मुख आगुर। मेरा हर प्रभ इव ना पतिने। जन नानक हर हृदय सद ध्यावो। हर प्रभ मेरा भिने। जन नानक हर हृदय सद ध्यावो। हर प्रभ मेरा भिने। वाहिगुरु जी का खालसा, वाहिगुरु जी की फतेह। धन धन साहिब महाराज सच्चे पातशाह जीओ। श्री गुरु ग्रंथ साहिब जी साहिबां दी पावन पवित्र हजूरी अंदर जुड़ बैठी गुरु दे प्यार वाली गुरु दी साजी नवाजी साध संगत जीओ। सतगुरां दी अपार मेहर होई है जो कि गुरु चरनां विच हाजरी भरन दा समां मिलिया। नितनेम दियां बाणियां दे जाप उपरंत गुरमुखां पासों आसा जी दी वार दे कीर्तन सरवण कीते ने ते चल रही लड़ीवार कथा आदि श्री गुरु ग्रंथ साहिब जी दी सरवण करन लई आपां गुरु चरनां विच बैठे हाँ। ये पावन शब्द 668 अंक ते है। धनासरी महला चौथा। चौथे पातशाह धन गुरु रामदास महाराज जी ने उचारण किया है। घर पंजवां। पंजवें घर विच गायन करन दा उपदेश है। दो पदे दो पदियां दा ये शब्द है। मंगल है, बीज मंत्र है। एक ओंकार सतगुर प्रसाद। रब एक है, प्रकाश रूप है, एक रस है, वो सत है, उसका ज्ञान सत है। सतगुर मेरा सदा सदा ना आवे ना जाए। वो अविनाशी पुरख है जो सब में रहा समाए। प्रसाद बिना किरपा तो उन्होंने जपिया नहीं जाता, ध्याया नहीं जाता, समझिया नहीं जाता है। ਉਹਦੀ किरपा जो होंगी ना फिर ही सारिया ये विधा बनदियां। भावें सानू पता है भी बाणी द्वारा उसनूं जपिया जाता, ध्याया जाता, समझिया जाता है, पर बाणी जिन्ना चिर किरपा नहीं करता बाणी पढ़ी नहीं जाती है, समझी नहीं जाती, समझ ही नहीं आती बाणी। ਉਹਦੀ किरपा जो होंगी फिर ये बाणी पढ़ता आ, सुनता आ, समझता है, क्योंकि अकाल पुरख ने अपनी सोझी जो देनी है।
ਜਿਸ ਨੂੰ ਅਕਾਲ ਪੁਰਖ ਨੇ ਆਪਣੀ ਸੋਝੀ ਦੇਣੀ ਹੈ, ਉਹਨੂੰ ਸੰਗਤ ਬਖਸ਼ਿਸ਼ ਕਰ ਦਿੰਦਾ ਹੈ, ਉਹਨੂੰ ਬਾਣੀ ਦਿੰਦਾ ਹੈ, ਉਹਦਾ ਲਗਾਅ ਬਾਣੀ ਦੇ ਨਾਲ ਕਰ ਦਿੰਦਾ ਹੈ, ਜਿਹਨੂੰ ਸੋਝੀ ਦੇਣੀ ਹੈ। ਹੁਣ ਜਿਸ ਦਾ ਲਗਾਅ ਬਾਣੀ ਦੇ ਨਾਲ ਹੋ ਗਿਆ, ਉਹ ਅੱਜ ਭਲਕੇ ਤੇ ਉਹ ਸੋਝੀ ਪ੍ਰਾਪਤ ਕਰਦਾ ਹੈ। ਜਦੋਂ ਹੀ ਸੋਝੀ ਆਉਂਦੀ ਹੈ, ਸਭ ਤੋਂ ਪਹਿਲਾਂ ਉਸ ਦਾ ਆਪਣੇ ਹੀ ਜੀਵਨ 'ਤੇ ਅਸਰ ਪੈਂਦਾ ਹੈ। ਉਸ ਦੇ ਜੀਵਨ ਦੇ 'ਚ ਬੜਾ ਭਾਰੀ ਬਦਲਾਅ ਮਹਿਸੂਸ ਕਰਦਾ ਹੈ। ਮਹਾਰਾਜ ਕਿਰਪਾ ਕਰ ਰਹੇ ਨੇ, ਜੋ ਉਪਦੇਸ਼ ਹੈ ਆਪਾਂ ਉਹ ਸਮਝੀਏ। ਉਰ ਧਾਰ ਵਿਚਾਰ ਮੁਰਾਰ ਰਮੋ ਰਮ, ਮਨ ਮੋਹਨ ਨਾਮ ਜਪੀਨੇ। ਉਹ ਮਨ ਨੂੰ ਮੋਹਣੇ ਵਾਲਾ ਹੈ, ਪਰ ਸਾਰਿਆਂ ਦੇ ਮਨ ਨੂੰ ਥੋੜ੍ਹੀ ਮੋਹਦਾ ਹੈ। ਕਈਆਂ ਨੂੰ ਤਾਂ ਉਹਦੇ ਕੰਮ 'ਤੇ ਰੋਸ ਹੀ ਬੜਾ ਹੈ ਵੀ ਜਦੋਂ ਕਹਿੰਦੇ ਰੱਬਾ ਤੂੰ ਇਹ ਕੀ ਕੀਤਾ, ਇਹ ਕੀ ਹੈ, ਇਹ ਤਾਂ ਫਿਰ ਰੋਸ ਹੋ ਗਿਆ ਨਾ, ਤੈਨੂੰ ਨਹੀਂ ਸਿੰਜ ਕਰਨਾ ਚਾਹੀਦਾ, ਰੋਸ ਹੈ। ਫਿਰ ਉਹ ਤਾਂ ਉਹਦੇ ਮਨ ਨੂੰ ਤਾਂ ਰੱਬ ਕਦੀ ਚੰਗਾ ਨਹੀਂ ਲੱਗੇਗਾ। ਜਿਹਦਾ ਨੁਕਸਾਨ ਹੋ ਗਿਆ ਅਤੇ ਜੇ ਉਹਨੂੰ ਕੋਈ ਕਹਿ ਦੇਵੇ ਰੱਬ ਨੇ ਹੀ ਕੀਤਾ, ਚੱਲ ਭਲਾ ਹੋ ਗਿਆ, ਉਹਦੇ ਰੱਬ ਨੇ ਚੰਗੀ ਮੇਰੇ ਨਾਲ ਕੀਤੀ ਹੈ। ਨੁਕਸਾਨ ਸਾਨੂੰ ਬਰਦਾਸ਼ਤ ਨਹੀਂ ਹੈ, ਸਾਨੂੰ ਲਾਭ ਬਰਦਾਸ਼ਤ ਹੈ, ਲਾਹਾ ਬਰਦਾਸ਼ਤ ਹੈ। ਜੀਵਨ ਸਾਨੂੰ ਚੰਗਾ ਲੱਗਦਾ, ਮੌਤ ਸਾਨੂੰ ਚੰਗੀ ਨਹੀਂ ਲੱਗਦੀ। ਤੰਦਰੁਸਤੀ ਸਾਨੂੰ ਚੰਗੀ ਲੱਗਦੀ ਹੈ, ਬਿਮਾਰੀ ਸਾਨੂੰ ਚੰਗੀ ਨਹੀਂ ਲੱਗਦੀ ਹੈ। ਰੱਬ ਨੂੰ ਜਿਹੜੀ ਅੰਤਰ-ਆਤਮਾ ਜਦੋਂ ਬਿਮਾਰ ਹੁੰਦੀ, ਉਹ ਨਹੀਂ ਚੰਗੀ ਲੱਗਦੀ। ਅੰਤਰ-ਆਤਮਾ ਬਿਮਾਰ ਹੁੰਦੀ ਜਦੋਂ ਭਜਨ ਛੱਡਦਾ, ਬੰਦਗੀ ਛੱਡਦਾ, ਫਿਰ ਰੱਬ ਨੂੰ ਉਹ ਨਹੀਂ ਚੰਗੀ ਲੱਗਦੀ। ਹੁਣ ਅੰਤਰ-ਆਤਮਾ ਨੂੰ ਤੰਦਰੁਸਤ ਕਰਨ ਵਾਸਤੇ ਉਹ ਫਿਰ ਸਰੀਰ ਨੂੰ ਕੁਛ ਨਾ ਕੁਛ ਕਰਦਾ ਹੀ ਹੈ। ਫਿਰ ਬਾਹਰਲਾ ਸੂਖਸ਼ਮ ਸਿਸਟਮ ਢਾਂਚਾ ਇਹਦਾ ਸਾਰਾ ਜਦੋਂ ਹਿੱਲ ਜਾਂਦਾ ਹੈ ਨਾ, ਮਨ ਹਿੱਲ ਜਾਂਦਾ, ਕਿਉਂਕਿ ਮਨ ਦਾ ਸੰਬੰਧ ਹੀ ਸਰੀਰ ਦੇ ਨਾਲ। ਜਿਹੜਾ ਮਨ ਹੈ ਇਹਦਾ ਮੂਲ ਦੇ ਨਾਲ ਤਾਂ ਸੰਬੰਧ ਹੈ ਹੀ ਨਹੀਂ, ਮੂਲ ਦੇ ਨਾਲ ਟੁੱਟਾ ਫਿਰਦਾ, ਇਹਦਾ ਸੰਬੰਧ ਸਰੀਰ ਦੇ ਨਾਲ ਹੈ। ਇਸ ਕਰਕੇ ਫਿਰ ਇਹ ਅਸਰ ਪੈਂਦਾ ਜਦੋਂ ਫਿਰ ਹੱਥ ਬੰਨ੍ਹਦਾ, ਹੱਥ ਜੋੜਦਾ, ਸੁੱਖਾਂ ਸੁੱਖ ਦਾ ਪਾਠ ਕਰੂੰਗਾ, ਬਾਣੀ ਪੜ੍ਹੂੰਗਾ, ਸੇਵਾ ਕਰੂੰਗਾ, ਇੰਝ ਫਿਰ ਕਰਵਾ ਲੈਂਦਾ। ਕਿਉਂਕਿ ਰੱਬ ਨੇ ਅੰਤਰ-ਆਤਮਾ ਨੂੰ ਥੋੜ੍ਹੀ ਕਮਜ਼ੋਰ ਕਰਨਾ, ਉਹਨੂੰ ਤਾਂ ਉਹਨੇ ਬਲਵਾਨ ਕਰਨਾ, ਫਿਰ ਜੋ ਫਿਰ ਆਪ ਕਰਵਾ ਲੈਂਦਾ। ਉਹ ਵੀ ਇਹਦਾ ਪੁੱਠਾ ਕੰਮ ਹੀ ਹੋ ਜਾਂਦਾ। ਬੰਦਗੀ ਦਾ ਕਰਨ ਲੱਗਦਾ, ਪਰ ਉਲਟੀ ਗੰਗਾ ਵਹਾ ਲੈਂਦਾ। ਉਲਟੀ ਨੀਵੇਂ ਪਾਸੇ ਨੂੰ ਬਾਣੀ ਤਾਂ ਪੜ੍ਹਦਾ, ਪਰ ਖਿਆਲ ਕਿੱਧਰ ਹੈ? ਨੀਵੇਂ ਪਾਸੇ। ਹੁਣ ਇੱਲ ਕਿੰਨੀ ਉੱਚੀ ਉੱਡਦੀ ਹੈ, ਆਕਾਸ਼ ਵਿੱਚ ਕਿੱਡੀ ਉੱਚੀ ਹੁੰਦੀ ਹੈ, ਅਤੇ ਉਹਦੀ ਦ੍ਰਿਸ਼ਟੀ ਕਿੱਥੇ ਹੁੰਦੀ ਹੈ? ਹੱਡਾ ਰੂੜੀ 'ਤੇ। ਹੁਣ ਮਨ ਨੂੰ ਸੱਟ ਵੱਜਦੀ ਆ, ਬਾਣੀ ਤਾਂ ਪੜ੍ਹਨ ਲੱਗਦਾ, ਦ੍ਰਿਸ਼ਟੀ ਕਿੱਥੇ ਹੁੰਦੀ ਹੈ? ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਸਰੀਰਕ ਲੋੜਾਂ ਦੇ ਉੱਤੇ ਹੀ ਹੱਡਾ ਰੂੜੀ, ਸਰੀਰ ਦੀ ਲੋੜ। ਸਰੀਰ ਕੀ ਆ? ਹੱਡ। ਸਰੀਰ ਦੀਆਂ ਲੋੜਾਂ ਹੱਡਾ ਰੂੜੀ 'ਤੇ ਆਣ ਕੇ ਬਹਿ ਜਾਂਦਾ, ਇਹ ਹੀ ਮੰਗਦਾ ਜੀ। ਜਿੰਨਾ ਚਿਕਰ ਇਹ ਆਪਣੇ ਮੂਲ ਦੇ ਨਾਲ ਸੰਪਰਕ ਨਹੀਂ ਕਰਦਾ ਹੈ, ਉਨਾ ਚਿਕਰ ਇਹਦੀ ਦ੍ਰਿਸ਼ਟੀ ਜਿਹੜੀ ਹੈ ਉਹ ਉੱਚੀ ਨਹੀਂ ਹੋ ਸਕਦੀ। ਅਡਾਰੀ ਤਾਂ ਉੱਚੀ ਮਾਰ ਸਕਦਾ, ਦ੍ਰਿਸ਼ਟੀ ਉੱਚੀ ਨਹੀਂ ਹੋ ਸਕਦੀ ਹੈ। ਅਡਾਰੀ ਵੀ ਉੱਚੀ ਚਾਹੀਦੀ ਹੈ ਅਤੇ ਦ੍ਰਿਸ਼ਟੀ ਵੀ ਉੱਚੀ ਚਾਹੀਦੀ ਹੈ, ਫਿਰ ਗੱਲ ਬਣਨੀ। ਹੁਣ ਮਹਾਰਾਜ ਕਹਿੰਦੇ ਆ ਉਰ ਧਾਰ, ਉਪਦੇਸ਼ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਨੇ ਪਹਿਲੋਂ ਆਪਣੇ ਅੰਦਰ ਧਾਰਿਆ, ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ। ਸਾਨੂੰ ਵੀ ਕਹਿੰਦੇ ਨੇ ਸਤਿਗੁਰੂ ਜੀ ਇੱਕ ਇਹ ਵਡਿਆਈ ਹੈ, ਜੋ ਸਤਿਗੁਰੂ ਜੀ ਦੇ ਕੋਲ ਹੈ, ਸਤਿਗੁਰੂ ਜੀ ਚਾਹੁੰਦੇ ਨੇ ਵੀ ਇਹ ਮੇਰੇ ਸਿੱਖਾਂ ਦਾ ਹੋ ਜਾਵੇ। ਅਤੇ ਦਿੱਤਾ ਨਹੀਂ, ਸਰਬੰਸ ਵਾਰਿਆ ਪਹਿਲੋਂ ਗੁਰੂ ਕਲਗੀਧਰ ਮਹਾਰਾਜ ਨੇ ਆਪਣਾ ਰੂਪ ਦਿੱਤਾ। ਅੰਮ੍ਰਿਤ ਕਿਹਨੂੰ ਛਕਾਇਆ, ਕਿਹਦੇ ਵਾਸਤੇ, ਕਿਹਨੂੰ ਦਿੱਤਾ? ਜੇ 5 ਸਿਰ ਲੈ ਲਏ ਅਤੇ ਉਹ ਮੁੜ ਕੇ ਸਰਜੀਤ ਨਹੀਂ ਕੀਤੇ, ਉਹਨਾਂ ਨੂੰ ਨਹੀਂ ਦਿੱਤੇ ਮਹਾਰਾਜ ਨੇ। ਸੋ ਐਡਾ ਦਿਆਲੂ ਕੋਈ ਬਾਪ ਹੋ ਸਕਦਾ, ਸੰਸਾਰਕ ਬਾਪ ਨਹੀਂ ਹੋ ਸਕਦਾ, ਐਡਾ ਦਿਆਲੂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਆਪਣਾ ਜੋ ਉਹਨਾਂ ਦਾ ਸੀਗਾ ਭਾਈ ਆਪਣੇ ਸਿੱਖਾਂ ਨੂੰ ਹੀ ਬਖਸ਼ਿਸ਼ ਕਰ ਦਿੱਤਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਉਰ ਧਾਰ ਕਿਉਂ ਕਹਿੰਦੇ ਨੇ? ਕਿਉਂਕਿ ਉਹਨਾਂ ਨੇ ਆਪਣੇ ਅੰਦਰ ਉਸ ਨੂੰ ਟਿਕਾ ਕੇ ਰੱਖਿਆ ਹੋਇਆ।
ਹੁਣ ਸਾਡੇ ਵਰਗਾ ਕੋਈ ਮਹਾਰਾਜ ਵੀ ਇਹ ਕਿੱਦਾਂ ਟਿਕਾਈਦਾ, ਇਹ ਤਾਂ ਹੈ ਨਹੀਂ ਵੀ ਇੱਥੋਂ ਰੱਬ ਫੜਿਆ ਤੇ ਚੱਕ ਕੇ ਦੂਜੀ ਜਗ੍ਹਾ ਰੱਖ ਲਿਆ। ਵੀ ਅੰਦਰ ਆਪਾਂ ਬੜਾ ਕੁਝ ਆਪਣੇ ਹੱਥਾਂ ਦੇ ਨਾਲ ਅੰਦਰ ਲਈ ਜਾਂਦੇ ਹਾਂ। ਦਰਵਾਜ਼ਾ ਮੁੱਖ ਜਿਹੜਾ ਆ, ਕਿੰਨਾ ਕੁਝ ਖਾਣੇ ਪੀਣੇ ਅੰਦਰ ਲੈ ਜਾਂਦੇ ਹਾਂ। ਰੱਬ ਖਾਣੇ ਪੀਣੇ ਵਾਲੀ ਚੀਜ਼ ਤਾਂ ਹੈ ਨਹੀਂ ਕੋਈ। ਫਿਰ ਜੋ ਦੇਖਦੇ ਆ ਉਹ ਵੀ ਅੰਦਰ ਆਉਂਦਾ, ਜੋ ਸੁਣਦੇ ਆ ਉਹ ਵੀ ਅੰਦਰ ਆਉਂਦਾ, ਜੋ ਸਿਫਾਰਿਸ਼ ਹੁੰਦਾ ਉਹ ਵੀ ਅੰਦਰ ਆਉਂਦਾ। ਰੱਬ ਇਹਨਾਂ 'ਚ ਨਹੀਂ ਆਉਂਦਾ, ਕਿਸੇ ਇੰਦਰੇ ਦੀ ਪਕੜ ਵਿੱਚ ਨਹੀਂ ਹੈ। ਇਸੇ ਕਰਕੇ ਉਹਨੂੰ ਅਗੋਚਰ ਕਿਹਾ ਹੋਇਆ ਹੈ। ਨਾ ਦੇਖਣ 'ਚ ਆਵੇ, ਨਾ ਸੁਣਨ 'ਚ ਆਵੇ, ਨਾ ਉਹ ਖਾਣ ਪੀਣ ਵਾਲੀ ਚੀਜ਼ ਹੈ। ਪਰ ਮਹਾਰਾਜ ਕਹਿੰਦੇ ਉਰ ਧਾਰ, ਇਹਨੂੰ ਅੰਦਰ ਟਿਕਾ, ਫੇਰ ਗੱਲ ਬਣਨੀ। ਹੁਣ ਜਦੋਂ ਸਿੱਖ ਨੇ ਪੁੱਛਿਆ ਮਹਾਰਾਜ ਕਿਵੇਂ ਟਿਕਾਈ ਦਾ, ਕਹਿੰਦੇ ਵਿਚਾਰ, ਵਿਚਾਰ ਕਰ, ਬਾਣੀ ਦੀ ਵਿਚਾਰ ਕਰ। ਜਦੋਂ ਇਹ ਬਾਣੀ ਦੀ ਵਿਚਾਰ ਕਰਦਾ, ਜਿਹੜੀ ਚੀਜ਼ ਵਿਚਾਰੀ ਹੋਈ ਹੁੰਦੀ ਇਹਦੇ ਅੰਦਰ ਟਿਕਦੀ, ਆਖਰੀ ਦਮ ਤੱਕ ਟਿਕਦੀ ਹੈ। ਸੋ ਆਖਰੀ ਦਮ ਤਾਈਂ, ਸੋ ਅੰਤ ਸਮੇਂ ਤੱਕ ਵੀ ਉਹਦੇ ਅੰਦਰ ਉਹ ਵਿਚਾਰ ਟਿਕੀ ਹੋਈ ਹੁੰਦੀ ਹੈ। ਜੇ ਚੰਗੀ ਵਿਚਾਰ ਨੇ ਤਾਰ ਦੇਣਾ, ਮਾੜੀ ਨੇ ਇਹਨੂੰ ਡੋਬ ਦੇਣਾ। ਚੰਗੀ ਨੇ ਲੇਖੇ ਖਤਮ ਕਰ ਦੇਣੇ, ਬੋਝ ਹਲਕਾ ਕਰ ਦੇਣਾ, ਮਾੜੀ ਨੇ ਇਹਦੇ ਲੇਖੇ ਵਧਾ ਦੇਣੇ, ਇਹਨੂੰ ਹੋਰ ਭਾਰ ਪਾ ਦੇਣਾ ਇਹਦੇ 'ਤੇ। ਮਾੜੀ ਵਿਚਾਰ ਇਸੇ ਕਹਿੰਦੇ ਵਿਚਾਰ, ਬਾਣੀ ਦੀ ਵਿਚਾਰ ਕਰ। ਬਾਣੀ ਦੀ ਵਿਚਾਰ ਕਰੇਗਾ, ਬਾਣੀ ਆਟੋਮੈਟਿਕਲੀ ਅੰਦਰ ਟਿਕੇਗੀ। ਫੇਰ ਤੂੰ ਕਹੇਗਾ ਮੁਰਾਰ ਰਮੋ ਰਾਮ। ਜਦੋਂ ਤੈਨੂੰ ਅੰਦਰ ਲੈ ਕੇ ਜਾਏਗਾ ਤੈਨੂੰ ਮੁਰਾਰ ਦੇ ਮਹਿਨੇ ਸਮਝ ਲੱਗਣਗੇ। ਜਦੋਂ ਬਾਣੀ ਅੰਦਰ ਜਾਓਗੇ, ਇਹਨੂੰ ਮੁਰਾਰ ਕਿਉਂ ਕਹਿੰਦੇ ਆ? ਉੱਦਾਂ ਤਾਂ ਪਤਾ ਕੀ ਪਤਾ ਲੱਗਦਾ ਮੁਰਾਰ ਕਿਉਂ ਕਹਿੰਦੇ, ਕਹਿਣਾ ਖਰੇ ਕ੍ਰਿਸ਼ਨ ਮੁਰਾਰੀ ਨੂੰ ਮੁਰਾਰ ਕਹਿੰਦੇ। ਨਹੀਂ, ਮੁਰਾਰ, ਮੁਰਾਰ ਦਾ ਅਰਥ ਹੈ ਹੰਕਾਰ ਰੂਪ ਦੈਂਤ ਨੂੰ ਮਾਰ ਦੇਣੇ ਵਾਲਾ। ਜਦੋਂ ਬਾਣੀ ਅੰਦਰ ਜਾਂਦੀ ਹੈ, ਇਹਨੇ ਤੇਰੇ ਹੰਕਾਰ ਦੈਂਤ ਨੂੰ ਇਹਨੇ ਖਤਮ ਕਰ ਦੇਣਾ। ਤੂੰ ਆਪੇ ਕਹਿ ਉਠਣਾ ਵੀ ਵਾਕਿਆ ਹੀ ਮੁਰਾਰ ਹੈ। ਰਮੋ ਰਮ, ਤੇਰੇ ਰੋਮ ਰੋਮ ਦੇ ਵਿੱਚ ਜਦੋਂ ਰਮ ਗਿਆ, ਫਿਰ ਤੈਨੂੰ ਮਨ ਮੋਹਨ, ਤੂੰ ਆਖੇਗਾ ਮੇਰੇ ਮਨ ਨੂੰ ਜੇ ਕੋਈ ਚੰਗਾ ਲੱਗਦਾ ਨਾ ਰੱਬਾ, ਤੂੰ ਹੀ ਉਹ ਚੰਗਾ ਲੱਗਦਾ, ਹੋਰ ਕੋਈ ਨਹੀਂ ਚੰਗਾ ਲੱਗਦਾ। ਫਿਰ ਮਨਮੋਹਨ ਹੈ, ਉੱਦਾਂ ਮਨਮੋਹਨ ਨਹੀਂ ਹੈ। ਨਾਮ ਜਪੀਨੇ, ਫਿਰ ਤਾਂ ਅੱਠੇ ਪੈਰ ਜਪਦਾ। ਨਾਮ ਜੋ ਪੀਨੇ, ਜਪਦਾ ਕਿੱਥੇ ਆ? ਫਿਰ ਤਾਂ ਪੀਂਦਾ ਆ, ਫਿਰ ਤਾਂ ਪੀਂਦਾ। ਅਸੀਂ ਤਾਂ ਸੋ ਜਪਦੇ ਆ ਨਾ, ਹੁੰਦਾ ਜਪਣਾ ਜਿਹੜਾ, ਅਤੇ ਜਪਣਾ ਉਹਦੇ 'ਚ ਬਸ ਪੀਣਾ, ਉਹਦਾ ਘੁੱਟ ਭਰਦਾ। ਸੋ ਜਿਹੜਾ ਉਹਨੂੰ ਸਮਝ ਜਾਂਦਾ, ਉਹਨੂੰ ਜਾਣ ਜਾਂਦਾ। ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ, ਗੁਰ ਪੂਰਾ ਪ੍ਰਗਟ ਕਰ ਦੀਨੇ। ਸੋ ਪ੍ਰਮਾਤਮਾ ਅਦ੍ਰਿਸ਼ਟ ਹੈ, ਉਹ ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖਿਆ ਜਾਂਦਾ। ਅਗੋਚਰ, ਉਹਨੂੰ ਪਕੜਿਆ ਨਹੀਂ ਜਾ ਸਕਦਾ, ਹੱਥਾਂ ਦੇ ਨਾਲ ਨਹੀਂ ਪਕੜਿਆ ਜਾ ਸਕਦਾ। ਨਾ ਤਾਂ ਗਿਆਨ ਇੰਦਰੀਆਂ ਦੀ ਪਕੜ ਵਿੱਚ ਹੈ, ਨਾ ਕਰਮ ਇੰਦਰੀਆਂ ਦੀ ਪਕੜ ਦੇ ਵਿੱਚ ਹੈ। ਜੇ ਕਿ ਬੁੱਧੀ ਦੇ ਨਾਲ, ਬੁੱਧੀ ਨਾਲ ਬੜਾ ਕੁਛ ਆਪਾਂ ਪਕੜ ਲਈਦਾ, ਪਰ ਉਹਨੂੰ ਨਹੀਂ ਪਕੜਿਆ ਜਾ ਸਕਦਾ ਕਿਤੇ। ਅਗੋਚਰ ਅਪਰੰਪਰ, ਉਹ ਪਰੇ ਤੋਂ ਪਰੇ ਹੈ, ਉਹਦੀਆਂ ਦਾਤਾਂ ਪਰੇ ਤੋਂ ਪਰੇ, ਉਹਦਾ ਗਿਆਨ ਪਰੇ ਤੋਂ ਪਰੇ, ਉਹਨੇ ਜੋ ਕੁਝ ਬਣਾ ਦਿੱਤਾ ਵੀ ਪਰੇ ਤੋਂ ਪਰੇ ਹੈ। ਸਾਨੂੰ ਕਿੰਨੀ ਕੁ ਸੋਝੀ ਕਿਤੇ, ਸਾਨੂੰ ਇੱਕ ਬ੍ਰਹਿਮੰਡ ਦੀ ਵੀ ਅਜੇ ਸੋਝੀ ਨਹੀਂ ਆਈ। ਇੰਨੀ ਸੋਝੀ ਹੈ ਵੀ ਬ੍ਰਹਿਮੰਡ ਹੈ, ਇੰਨੀ ਸੋਝੀ ਆ ਗਈ ਧਰਤੀ ਤੋਂ ਇਲਾਵਾ ਹੋਰ ਵੀ ਕੁਝ ਹੈ ਧਰਤੀ ਵਰਗਾ। ਸੂਰਜ ਤੋਂ ਬਿਨਾਂ, ਜੋ ਅਸੀਂ ਵੇਖਦੇ ਤੋਂ ਬਿਨਾਂ ਹੋਰ ਵੀ ਕੁਝ ਹੈ ਚੰਦ ਸੂਰਜ ਵਰਗਾ, ਪਰ ਕਿੱਥੇ ਕਿੱਥੇ ਨਹੀਂ ਪਤਾ। ਇਹਦਾ ਮਤਲਬ ਸਾਨੂੰ ਬ੍ਰਹਿਮੰਡ ਦੀ ਵੀ ਸੋਝੀ ਨਹੀਂ। ਅਤੇ ਗੁਰਬਾਣੀ ਤਾਂ ਕਹਿੰਦੀ ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਹਿੰਦੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਅਤੇ ਫਿਰ ਪਰੇ ਤੋਂ ਪਰੇ ਹੋਇਆ, ਅਪਰੰਪਰ ਸੁਆਮੀ, ਮਾਲਕ ਹੈ ਸਭਨਾਂ ਦਾ। ਜਿੱਥੇ ਵੀ ਜੋ ਵੀ ਉਸਨੇ ਬਣਾਇਆ ਸਭ ਦਾ ਮਾਲਕ ਹੈ। ਗੁਰ ਪੂਰਾ ਪ੍ਰਗਟ ਕਰ ਦੀਨੇ, ਪਰ ਪੂਰੇ ਗੁਰੂ ਦੀ ਸਹਾਇਤਾ ਨਾਲ, ਭਾਵ ਗਿਆਨ ਦੇ ਨਾਲ ਉਹ ਪ੍ਰਗਟ ਹੋ ਜਾਂਦਾ। ਦੇਖਿਆ ਨਾ ਜਾਵੇ, ਸੁਣਿਆ ਨਾ ਜਾਵੇ, ਪਕੜਿਆ ਨਾ ਜਾਵੇ, ਨਾ ਗਿਆਨ ਇੰਦਰੇ ਨਾ ਕਰਮ ਇੰਦਰੇ। ਮਹਾਰਾਜ ਕਹਿੰਦੇ ਗਿਆਨ ਦੁਆਰਾ ਪ੍ਰਗਟ ਹੋ ਜਾਂਦਾ। ਫਿਰ ਗਿਆਨ ਬੜੀ ਵੱਡੀ ਚੀਜ਼ ਹੈ। ਗਿਆਨ ਦੁਆਰਾ ਪ੍ਰਗਟ ਹੁੰਦਾ। ਇਸੇ ਕਰਕੇ ਮਹਾਰਾਜ ਕਹਿੰਦੇ ਵਿਚਾਰ, ਉਹਦੀ ਵਿਚਾਰ ਕਰ। ਕਹਿੰਦੇ ਬਾਣੀ ਕਿਵੇਂ ਵਿਚਾਰਨਾ? ਕਹਿੰਦੇ ਬਾਣੀ ਦੁਆਰਾ, ਬਾਣੀ ਦੁਆਰਾ ਵਿਚਾਰਿਆ ਜਾਂਦਾ।
राम पारस चंदन हम काष्ट लोष्ट। परमात्मा परमेश्वर हुण जदों अंदर वसिया ना, फिर तुलना दे रहा हुण रब नूं संसार दे विच जो सर्व उत्तम सर्व श्रेष्ठ वस्तुआं ने उन्हां दे नाल तुलना दे रहा। कहंदा हे राम प्रभु तू पारस है। आ जिहड़ी पारस जिहदे नाल लोहा छूंदा तो सोना बन जांदा, पत्थरी जिहड़ी है देखी कि नहीं देखी, पर मैनू तेरा नाम पारस मिल गया। तू पारस है, तू चंदन है। चंदन क्यों? क्योंकि मेरा जिहड़ा मन सीगा एक संधारण लक्कड़ सी, कास्ट, पर जदों तेरे नाल सिफारिश होया ते भी चंदन हो गया। फिर चंदन ही कहना, जो बंदे विच शुभ गुण आ जाते हैं, बाणी पढ़ के उन्हें फिर बाणी नूं चंदन कहना। सो तुलना देनी है। हुण बाणी की तुलना दईए किहदे नाल? संसार विच वस्तां जिहड़ियां उहदे नाल तुलना दे देनी। सो जिहदे करके साडी समझ विच पै जाए। जिहदे समझ विच पै जांदी है वो की कहंदा? कहंदा हर नाम तुल ना पुजई। जो समझ पै गई, पहलों तुलना दित्तियां, मिसालां दित्तियां, जो समझ विच पै नहीं कहंदे। कहंदे तेरे तुल है ही कुछ नहीं है। कहंदे पहलों स्वाद दसी गए, आनंद आउंदा इदां दा। हुण जदों ज़्यादा स्वाद आ गया, कहंदे कौ कबीर गूंगे गुड़ खाया, पूछो तो क्या कहिए। फिर कहंदा जी की कहाँ, कहण सुन तो परे हो गई हुण बात। कहंदे राम पारस चंदन हम काष्ट लोष्ट। असी लक्कड़ हाँ ते लोहे हाँ, साडा मन लक्कड़ है ते लोहा है। हर संग हरि सत संग भये, हर कंचन चंदन कीने। जदों सत संग द्वारा गुरबाणी दी संगत, नाम दी संगत मन नूं मिल गई, ये जिहड़ा लक्कड़ सी चंदन बन गया, लोहा सी एक कंचन बन गया। लोहा तो मैला हुंदा रहिंदा ना, लोहे नूं जंग लगदा ही रहिंदा, मैला हुंदा रहिंदा। ते जिहड़ा सोना आ इहनूं नहीं जंग लगना। जे मैला हो भी जांदा ये उन्ना ही चमकदा जदों ਉਹਨੂੰ ਅੱਗ 'ਚ ਪਾ ਦਿੱਤਾ, होर चमकदा। फिर ਜਦੋਂ ਉਹਨੂੰ ਅੱਗ 'ਚ ਪਾ ਦਿੱਤਾ, देखिया ਜਦੋਂ जिन्हां दे मन कंचन बन गए ने वो की करते हैं, देखते भी ये माड़ी मोटी मैल लग गई है, वो जाप जो वधाउंदे आ अगे नालों भी वध ये चमक जाता है, अगे नालों भी ज़्यादा चमक जाता है। रहाओ नव शे खट बोल है मुख आगर, मेरा हर प्रभ इव न पतीने। विद्वान जिहड़े ने वो वेद पढ़ते हैं, सिमरतियाँ पढ़ते हैं, शास्त्र पढ़ते हैं। तो इधरों धन गुरु रामदास सच्चे पातशाह कहते इन्हां धार्मिक ग्रंथां नूं पढ़ पढ़ के जिद्दां मर्जी कोई याद कर लवे, सोझी प्राप्त कर लवे, इन्हां दी कहते रब नहीं जी खुश हुंदा है। रब इन्हां केवल पढ़ना। सो जे कल्ला पढ़ते हैं, पढ़ के हुण जिहड़े वेद सीगे, वेदां दे विच जिहड़ी गल सी विचारने वाली समझने वाली वो नहीं ले। हुण ये भी हुण सारिਆਂ दा काम थोड़ी सी। हुण कबीर साहब जी कहंदे रेता दे विच कहंदे खंड खिलर जावे ते हाथी थोड़ी चुक सकदा, कहंदे वो तां कीड़ी चुक सकदी है ना। कहो कबीर गुर भली बजाई कीटी होए फुन खाए। कहंदे कहो कबीर कहंदे हर है खांड रेत में बिखरी। हुण वेदां दे विच मसी कोई 5000 दे करीब सलोक है जिन्हां दे विच नाम दी गल है, ते लख तो उपर सलोक लिखे हुए सारे। ज़्यादा रेत है तो खंड घट है। हुण कोई हो जिहड़ा विचों नाम नूं चुगेगा, जिहड़ा निमरता वाला हो नाम नूं चुग लवेगा। जिन्हां ने चुग लिया है ना, जिन्हां ने चुग लिया उन्हां ने फिर रौली पाई जिहड़ियां सिमरतियां ते शास्त्र इकट्ठे करदे फिरदे, इन्हां दा ज्ञान विच पाप ते पुन्न दी गल है, इहदे विच नाम दी गल है ही कोई नहीं है। तदे कबीर ने कहता कहंदे वेद की पुत्री सिमरती भाई सांकल जेवरी लै है आई, अपर नगर आप ते बांधिया मोके फांद काल सर सांधिया। कहंदे अपन नगर
ਜਿਹੜਾ ਸਾਡਾ ਸਰੀਰ ਹੈਗਾ ਤਾਂ ਆਪਣਾ ਹੀ ਨਗਰ ਹੈ, ਇਹਦੇ ਵਿੱਚ ਇਹ ਬੰਨ੍ਹ ਦਿੰਦੇ, ਜਿਹੜੀਆਂ ਸਿਮਰਤੀਆਂ ਸ਼ਾਸਤਰ ਇਹਦੇ ਵਿੱਚ ਇਹਨਾਂ ਨੂੰ ਬੰਨ੍ਹ ਕੇ ਰੱਖ ਦਿੰਦੇ। ਅੱਡ ਤਾਂ ਕੀਤਾ ਹੀ ਨਹੀਂ, ਇਹਦੇ ਤੋਂ ਸਿਮਰਤੀਆਂ ਸ਼ਾਸਤਰ ਅੱਡ ਥੋੜ੍ਹੀ ਕਰਦੀਆਂ, ਨਹੀਂ ਕਰਦੀਆਂ। ਸੋ ਜਿਹੜਾ ਵੇਦ ਬਾਣੀ ਹੈ, ਸੋ ਜਿਹਨੂੰ ਖੰਡ ਕਹਿ ਜਿਹੜੀ ਖੰਡ ਰਲੀ ਹੋਈ ਹੈ ਨਾ ਵਿੱਚ ਰੇਤ ਦੇ, ਸੋ ਉਹ ਅੱਡ ਕਰਦੀ ਹੈ, ਪਰ ਉਹ ਹੀ ਕਰ ਸਕਦਾ ਸੋ ਜਿਹੜਾ ਇਹਦੇ ਵਿੱਚੋਂ ਚੁਣੇਗਾ। ਪਰ ਗੁਰੂ ਸਾਹਿਬ ਨੇ ਕਿਰਪਾ ਕਰਤੀ, ਨਿਰੀ ਖੰਡ ਬਖਸ਼ਿਸ਼ ਕਰ ਦਿੱਤੀ। ਬਾਣੀ ਦੇ ਵਿੱਚ ਕੋਈ ਰੇਤ ਨਹੀਂ ਹੈ, ਕੋਈ ਰਲਾ ਨਹੀਂ ਹੈ, ਕੱਚੀ ਨਹੀਂ ਹੈ, ਸਾਰੀ ਪੱਕੀ ਹੈ। ਕੋਈ ਵੀ ਸ਼ਬਦ ਵਿਚਾਰ ਲਈਏ ਸੋ ਉਹਦੀ ਜਿਹੜੀ ਵਿਚਾਰਧਾਰਾ ਉਹ ਅੰਦਰ ਸਾਡੇ ਪਾਸ ਜਾਂਦੀ ਹੈ। ਅਤੇ ਫਿਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਉਹ ਫਿਰ ਭਤੀਜ ਜਾਂਦਾ। ਕਹਿੰਦੇ ਇਹਨਾਂ ਨੂੰ ਗ੍ਰੰਥਾਂ ਨੂੰ ਪੜ੍ਹ ਕੇ ਕਹਿੰਦੇ ਜਿਨ੍ਹਾਂ 'ਚ ਪਾਪ ਅਤੇ ਪੁੰਨ ਦੀ ਹੀ ਗੱਲ ਕੀਤੀ ਗਈ ਜਾਂ ਜੋਤਿਸ਼ ਦੀਆਂ ਗੱਲਾਂ ਕੀਤੀਆਂ, ਕਾਲੇ ਇਲਮ ਦੀਆਂ ਗੱਲਾਂ, ਕਾਲਾ ਇਲਮ ਕਿੱਥੋਂ ਆਇਆ? ਇਹ ਵੀ ਜਿਨ੍ਹਾਂ ਨੇ ਵੇਦਾਂ ਨੂੰ ਪੜ੍ਹਿਆ ਅਤੇ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਉੱਥੋਂ ਹੀ ਆਇਆ। ਯੋਗ ਕਿੱਥੋਂ ਆਇਆ? ਇਹ ਵੀ ਉੱਥੋਂ ਹੀ ਆਇਆ ਹੈ ਜੀ। ਜੋਤਿਸ਼ ਵੀ ਉੱਥੋਂ ਹੀ ਆਇਆ, ਇਹ ਸਾਰਾ ਕੁਝ ਉੱਥੋਂ ਹੀ ਆਇਆ ਹੋਇਆ। ਹੁਣ ਉਹਨਾਂ ਦੇ ਨਾਲ ਮਨ ਪ੍ਰਸੰਨ ਹੋ ਜਾਂਦਾ, ਮਨ ਭਤੀਜਿਆ ਜਾਂਦਾ? ਨਹੀਂ ਭਤੀਜਿਆ ਜਾਂਦਾ ਮਨ। ਰਿੱਧੀਆਂ ਸਿੱਧੀਆਂ ਕਿੱਥੋਂ ਆਈਆਂ? ਇਹ ਵੀ ਇੱਥੋਂ ਆਈਆਂ, ਮਨ ਨਹੀਂ ਭਤੀਜਿਆ ਜਾਂਦਾ। ਕਹਿੰਦੇ ਹਰ ਪ੍ਰਭ ਇਵ ਨਾ ਪਤੀਨੇ, ਰੱਬ ਥੋੜ੍ਹੀ, ਰੱਬ ਨਹੀਂ ਇੱਦਾਂ ਭਤੀਜਦਾ। ਰੱਬ ਕਦੋਂ ਭਤੀਜਦਾ? ਜਦੋਂ ਆਪਣਾ ਮਨ ਭਤੀਜਿਆ ਜਾਂਦਾ ਹੈ, ਜਦੋਂ ਸਾਡੇ ਮਨ ਦੀ ਤਸੱਲੀ ਹੋਈ, ਸਮਝ ਲਓ ਰੱਬ ਭਤੀਜਿਆ ਗਿਆ। ਕਿਵੇਂ ਭਤੀਜਿਆ ਜਾਂਦਾ? ਪਾਤਸ਼ਾਹ ਦੱਸਦੇ, ਕਹਿੰਦੇ ਜਨ ਨਾਨਕ ਹਰ ਹਿਰਦੈ ਸਾਧ ਧਿਆਵਹੁ, ਇਉ ਹਰ ਪ੍ਰਭ ਮੇਰਾ ਭੀਨੇ। ਕਹਿੰਦੇ ਹਮੇਸ਼ਾ ਹਿਰਦੇ ਵਿੱਚ ਯਾਦ ਕਰੋ। ਉਹ ਵਿਚਾਰ ਦੇ ਨਾਲ ਹੁੰਦਾ ਨਾ, ਵਿਚਾਰੋ, ਬਾਣੀ ਦੀ ਵਿਚਾਰ ਕਰੋ। ਬਾਣੀ ਦੀ ਵਿਚਾਰ ਕੌਣ ਕਰ ਸਕਦਾ? ਜਿਹੜਾ ਆਪਣੇ ਅਵਗੁਣਾਂ ਦੀ ਵਿਚਾਰ ਕਰਦਾ, ਗੁਣਾਂ ਨੂੰ ਕਰੇ ਹੀ ਪਾਸੇ ਦਿੰਦਾ ਹੈ। ਕਿਉਂਕਿ ਗੁਣਾਂ ਦੀ ਵਿਚਾਰ ਕਰਨ ਦੇ ਨਾਲ ਇੱਕ ਡਰ, ਖਤਰਾ ਰਹਿੰਦਾ ਕਿਤੇ ਹਉਮੈ ਦਾ ਰੋਗ ਨਾ ਆ ਜਾਵੇ। ਆਪਣੇ ਅਵਗੁਣਾਂ ਦੀ ਵਿਚਾਰ ਕਰਨੇ ਵਾਲਾ ਹੀ ਬਾਣੀ ਦੀ ਵਿਚਾਰ ਕਰ ਸਕਦਾ। ਬਿਮਾਰੀ ਵੇਖ ਲਈਏ ਨਾ, ਬਿਮਾਰੀ ਦਾ ਪਤਾ ਲੱਗ ਗਿਆ ਫਿਰ ਇਲਾਜ ਵੀ ਕਰੇਗਾ ਜੀ। ਸੋ ਆਪਣੇ ਅਵਗੁਣਾਂ ਦੀ ਵਿਚਾਰ ਕਰ, ਫਿਰ ਬਾਣੀ ਦੀ ਵਿਚਾਰ ਕਰ। ਇਸ ਤਰੀਕੇ ਦੇ ਨਾਲ ਪਰਮਾਤਮਾ ਪਰਮੇਸ਼ਰ ਜਿਹੜਾ ਆ ਉਹ ਤੇਰੇ 'ਤੇ ਪ੍ਰਸੰਨ ਹੋਵੇਗਾ, ਕਿਉਂਕਿ ਤੇਰਾ ਮਨ ਬਾਣੀ ਦੀ ਵਿਚਾਰ ਵਿੱਚ ਭਿੱਜ ਜਾਵੇਗਾ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ, ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ, ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਖਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ। ਜਿਸ ਦੀਆਂ ਐ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੀ, ਕਾਲਾ ਜਿਤ ਕਰ ਧਾਰਿਆ। ਮੰਚ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। तुम मात पिता हम बारिक तेरे, तुमरी कृपा में सुख कनेरे। कोई न जाने तुमरा अंत, ऊंचे ते ऊंचा भगवंत। सगल समगरी तुमरे सुतरता, तुमरे होए सो आज्ञाकारी। गत मित तुम ही जानी, नानक दास सदा कुर्बानी। ਬੋਲੋ ਜੀ ਵਾਹਿਗੁਰੂ। वाहिगुरु। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਰ ਸ਼੍ਰੀ ਗੁਰੂ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਕਰਤਪੁਰਾ ਤੀਸਰ ਪੈਰ ਪ੍ਰਮਾਣ ਫਿਰ ਅੰਦਰ ਵਰਤੇ ਅਮਰਦਾਸ ਰਾਮਦਾਸ ਸਹਾਇ ਹਰ ਜਨ ਹਰ ਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸੁਖੇ ਸਭਾ ਤੇਗ ਬਹਾਦਰ ਸਿਮਰਿਆ ਪ੍ਰਣਾਮ ਕੀਆ ਮਿਟਾਇ ਸਾਧ ਥਾਈ ਤੁਮ ਸਹਾਇ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਧ ਥਾਈ ਤੁਮ ਸਹਾਇ। ਦਸਾਂ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤਾ। ਬੋਲੋ ਜੀ वाहिगुरु। ਪੰਜਾਬ ਪਿਆਰਿਆਂ ਨੌ ਸ਼ਹਿਜ਼ਾਦਿਆਂ 40 ਮੁਕਤਿਆਂ ਕੱਟੀਆਂ ਜੁਟੀਆਂ ਸਦੀਆਂ ਸਿੱਧਵਾਨਾਂ ਜਿਨ੍ਹਾਂ ਤੇਰਾ ਨਾਮ ਜਪਿਆ ਮਨ ਸ਼ਕਲਾ ਦੀ ਜਵਾਈ ਤੇ ਵਾਰ ਦੇਖ ਕੇ ਅਨੰਦ ਕੀਤਾ। ਬਿਨਾਂ ਪਿਆਰਿਆਂ ਸਜਾਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ वाहिगुरु। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਅਸੀਸ ਦਿੱਤੇ ਬੰਦ ਬੰਦ ਬਣਵਾਏ ਤਾਨਾਰਿਆਂ ਨਾਲ ਚਿਰਵਾ ਗੁਰਦੁਆਰਿਆਂ ਦੀ ਸੇਵਾ ਦੇ ਪ੍ਰਬੰਧ ਕੀਤੀਆਂ। ਧਰਮ ਨਹੀਂ ਤਾਰਿਆ ਸਿੱਖੀ ਸਿੱਖ ਕੀ ਸੰਸਵਾਸਾਂ ਬਣਾਇਆ। ਬਿਨਾਂ ਸਮੂਸ਼ੀ ਕਰਨ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ वाहिगुरु। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ वाहिगुरु। ਵਰਤਮਾਨ ਸਰਬੱਤ ਖਾਲਸਾ ਜੀ ਦੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵਤ ਦਾ ਸਤਿਕਾਰ ਸਰਬ ਸੁਖ ਹੋਵੇ। ਜਾਂ ਖਾਲਸਾ ਜੀ ਸਾਹਿਬ ਨਾਮ ਦਾ ਛਿਆ ਰਿਆਇਤ ਦੇਖ ਕੇ ਫਤਿਹ ਗੱਟ ਕੀ ਪੈਜ ਪੰਥ ਕੀ ਜੀਤ ਸਹਿਬ ਜੀ ਸਹਾਇ। ਖਾਲਸਾ ਜੀ ਕੀ ਗੁਰਬਾਣੀ। ਬੋਲੋ ਜੀ वाहिगुरु। ਦਾਨਾ ਸਰਦਾਰ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਸਥਾਨ ਚੌਕੀਆਂ ਚੰਦੇਵ ਗੁੰਗੇ ਜਿਗੋ ਦੀ ਪ੍ਰਕਾਰ ਧਰਮ ਸਾਜਾ। ਬੋਲੋ ਜੀ वाहिगुरु। ਸਿੱਖਾਂ ਦਾ ਮਨ ਮੱਧ ਜੀ ਮੱਥਾ ਕੀ ਰੱਖੇ ਆ। ਇਹ ਦੀਨ ਦਿਆਲ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਕਿਰਪਾ ਹੋਈ ਸਜੇ ਦੁਆਰਾ ਅੰਦਰ ਨੇ ਤਾਂ ਰਹਿਮ ਦੀਆਂ ਬਾਣੀਆਂ ਦੀ ਜਾ ਆਸ਼ਾ ਜੀ ਦੀ ਵਾਰ ਦੇ ਸ਼ਬਦ ਚਾਰ ਅਨੰਦ ਸਾਹਿਬ ਦੀਆਂ ਸ਼੍ਰੀ ਭੁੱਲਾਂ ਚੁਕਾਰੀ ਦੀ ਮਾਤਾ ਨੇ ਬਾਣੀ ਦਾ ਮੁਕਾਤਮਾ ਆਈਆਂ ਸੰਤਾਂ ਨੇ ਬਿਲਕੁਲ ਹਾਜ਼ਰ ਕਰਨ ਪ੍ਰਮਾਣ ਸਰਬੱਤ ਸੰਤਾਂ ਦੀਆਂ ਕਾਮਨਾਵਾਂ ਗੁਰਮਤਿ ਅਨੁਸਾਰ ਬਖਸ਼ੀਆਂ ਦਾ ਤਾਂ ਬੜਾ ਪ੍ਰਸ਼ਾਦੀ ਦਿੱਤਾ ਹਨ। ਕਰੀ ਪਾਲਸਾ ਦਾ ਬੜਾਵਲ ਕੋ ਸੀ ਸ਼ਾਸਨ ਵਰਤੇ ਜੋ ਜੀ ਸ਼ਿਕਿਆ ਆਪਣਾ ਨਾਮ ਜਪੇ ਪਾਵਨ ਹੁਕਮ ਸੰਗਤਾਂ ਨੂੰ ਹਾਰ ਕਰੋ ਜੀ। ਸਹੀ ਪਿਆਰੇ ਨਾਨਕ नाम चढ़ती कला तेरे भाने सरबत दा भला। वाहिगुरु जी का खालसा वाहिगुरु जी की फतेह। तभी चलायो पंथ गुरु मान्यो ग्रंथ, प्रगट गुरां की देह खोज शब्द मैं लेह।
ਆਕੀ ਰਹੇ ਨ ਕੋਏ, ਬਚੇ ਸ਼ਰਨ ਜੋਏ। ਚੜੇ ਸੋ ਉਤਰੇ ਪਾਰ, ਗੁਰ ਪਾਰ ਉਤਾਰਨ ਹਾਰ। ਕਲ ਕੀ ਸੋਏ ਸੀਸ, ਗੁਰ ਕਲ ਕੀ ਤਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸੋ ਕਹੁ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਐ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਐ। ਬਿਲਾਵਲ ਅਸ਼ਟਪਦੀਆ, ਮਹੱਲਾ ਪਹਿਲਾ, ਘਰ ਦਸਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਵਿਣ ਪੈ ਪੈ ਭਗਤ ਨ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸ ਮਾਨ ਰਹਾਉ। ਗਿਆਨ ਗਿਆਨ ਕਥੈ ਸਭ ਕੋਈ, ਕਾਥੇ ਕਾਥੇ ਬਾਦ ਕਰੇ ਦੁਖ ਹੋਈ। ਕਥ ਕਹਿਣਾ ਤੇ ਰਹਿ ਨ ਕੋਈ, ਬਿਨ ਰਸ ਰਾਤੇ ਮੁਕਤ ਨ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ। ਮਨ ਮੁਖ ਕਥਨੀ ਹੈ, ਪਰ ਰਹਿਤ ਨ ਹੋਈ। ਨਾਵਹੁ ਭੂਲੇ ਥਾਉ ਨ ਕੋਈ। ਮਨ ਮਾਇਆ ਬੰਦਿਓ ਸਰ ਜਾਲ, ਘਟ ਘਟ ਵਿਆਵਰਿਓ ਬਿਖ ਨਾਲ। ਜੋ ਆਂਜੈ ਸੋ ਦੀਸੈ ਕਾਲ, ਕਾਰਜ ਸੀਧੋ ਹਿਰਦੈ ਸਮਾਲ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਮਨ ਮੁਖ ਹਉਮੈ ਪਤ ਗਵਾਈ। ਆਪੇ ਕਰਤਾ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਰਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਛੋਤ। ਬੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਨ ਵੇਖੈ ਜੋਤ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ, ਗੁਰਮੁਖ ਸ਼ਾਂਤ ਊਤਮ ਕਰਾਮੰ। ਮਨ ਮੁਖ ਜੋਨੀ ਦੁਖ ਸਹਾਮੰ, ਬੰਧਨ ਟੂਟੇ ਇਕ ਨਾਮ ਬਸਾਮੰ। ਮੰਨੇ ਨਾਮ ਸੱਚੀ ਪਤ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ। ਦੇਖ ਕਹੋ ਭਾਵੈ ਮਨ ਸੋਈ, ਨਾਨਕ ਕਹੈ ਅਵਰ ਨਹੀਂ ਕੋਈ। ਦੇਖ ਕਹੋ ਭਾਵੈ ਮਨ ਸੋਈ, ਨਾਨਕ ਕਹੈ ਅਵਰ ਨਹੀਂ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।